परमेश्वर की हज़ूरी विच बैठे सारे भैन भरावां नूं प्यार भरी जय मसीह दी। अज शाम के समय में आपां परमेश्वर की हज़ूरी विच इकट्ठे होए हां। आओ अज दे दिन की किरपा दे लई परमेश्वर जी का धन्नवाद करते हुए प्रार्थना करिए। हालेलुया 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 हालेलुया। धन्नवाद 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 पिता परमेश्वर मसीह नासरी दा धन्नवाद करते हैं। ताला शुक्र करते मेरे प्रभु जी अज इस दिन की किरपा दे लई मेरे पिता परमेश्वर दिन भर तुसीं सानूं संभाल के रखिया मेरे प्रभु जी। साडी आउण जाण विच साडी मदद ते सहायता कीती, तुहाडा धन्नवाद करते हैं प्रभु। तुहाडे पवित्र स्वर्गदूतां ने साडी राखी कीते मेरे पिता परमेश्वर, साडे रास्ते नूं सीधा कीता मेरे प्रभु जी। सारियां उलझनां परेशानियां मुश्किलां बीमारियां तो सानूं बचा के रखिया, तुहाडा धन्नवाद करते हैं प्रभु जी। असीं शाम के समय में तुहाडी हज़ूरी विच इकट्ठे हुंदे मेरे पिता, तुहाडे पाक वचन नूं पढ़न और सुनन लई जा रहे मेरे प्रभु जी। साडी मदद करना मेरे पिता कि दिता होया अज दा इह खास वचन साडे हिरदियां दे अंदर जमा हो जावे और साडे लई आशीष ते बरकत दा कारण बने। और कोई भी शैतान दी शक्ति इस सुंदर समय नूं साडे कोलों चुरा ना पावे। असीं इह मंगदे हां साडे प्रभु यीशु मसीह जी दे नाम विच, आमीन। अज आपां परमेश्वर दे वचन चों जाणांगे रसूलां दी किताब दे 3 नंबर अध्याय दी 14 और 15 नंबर आयत नूं। पर तुसीं उस पवित्र अते धर्मी दा इनकार कीता अते इह मंग कीती कि तुहाडे लई खूनी छड्डिया जावे अते जीवन देण वाले नूं मार सुੱਟਿਆ, जिस नूं परमेश्वर ने मुर्दियां विचों जिउंदा कीता अते असीं इस गल दे गवाह हां। हालेलुया। प्रभु यीशु मसीह दे चेले जदों यीशु मसीह दे मुर्दियां विचों जी उठण तो बाद अते स्वर्ग विच उठाए जाण तो बाद सेवा करन दे लई, प्रचार करन दे लई, सुसमाचार नूं सुणाउण दे लई लोकां दे विच निकले ਤਾਂ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹ ਸਮਝਾਉਂਦੇ ਸਨ, ਅਲੱਗ-ਅਲੱਗ ਗੱਲਾਂ ਕਹਿ ਕੇ ਉਹਨਾਂ ਨੂੰ ਸਮਝਾਉਂਦੇ ਸੀ। ਸਭ ਤੋਂ ਪਹਿਲਾਂ ਉਹ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਸੁਣਾਉਂਦੇ ਸੀ ਕਿ ਤੌਬਾ ਕਰੋ ਅਤੇ ਮੁੜ ਆਓ, ਅਤੇ ਉਸ ਤੋਂ ਬਾਅਦ ਸਾਨੂੰ ਰਿਅਲਾਈਜ਼ ਕਰਾਉਂਦੇ ਸੀ ਕਿ ਕੀ ਗਲਤੀਆਂ ਤੁਸੀਂ ਕੀਤੀਆਂ ਆ, ਉਹਨਾਂ ਤੋਂ ਤੌਬਾ ਕਰੋ ਤਾਂ ਜੋ ਤੁਸੀਂ ਬਚਾ ਲਏ ਜਾਓ, ਕਿਉਂਕਿ ਉਹਨਾਂ ਨੇ ਮਸੀਹ ਦਾ ਇਨਕਾਰ ਕੀਤਾ ਸੀ। ਕਹਿੰਦਾ ਪਵਿੱਤਰ ਧਰਮੀ ਦਾ ਤੁਸੀਂ ਇਨਕਾਰ ਕਰ ਦਿੱਤਾ। ਕਦੋਂ ਦੀ ਗੱਲ ਹੋ ਰਹੀ ਹੈ? ਜਦੋਂ ਪਿਲਾਤੁਸ ਯੀਸ਼ੂ ਮਸੀਹ ਨੂੰ ਸਜ਼ਾ ਦੇਣ ਦੇ ਲਈ ਕਚਹਿਰੀ ਦੇ ਵਿੱਚ ਲੈ ਕੇ ਬੈਠਾ ਸੀ ਤਾਂ ਉਹ ਕਹਿ ਰਿਹਾ ਸੀਗਾ ਕਿ ਅੱਜ ਤਿਉਹਾਰ ਦਾ ਦਿਨ ਆ ਔਰ ਤਿਉਹਾਰ ਵਾਲੇ ਦਿਨ ਆਪਾਂ ਇੱਕ ਕੈਦੀ ਨੂੰ ਆਜ਼ਾਦ ਕਰਨੇ ਆ। ਅਗਰ ਤੁਸੀਂ ਚਾਹੋ ਤਾਂ ਅਸੀਂ ਯੀਸ਼ੂ ਨੂੰ ਆਜ਼ਾਦ ਕਰ ਦਿੰਨੇ ਆ, ਤਾਂ ਪਰ ਉਹਨਾਂ ਨੇ ਉਸ ਪਵਿੱਤਰ ਧਰਮੀ ਦਾ ਇਨਕਾਰ ਕੀਤਾ ਕਿ ਨਹੀਂ, ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇਹਨੂੰ ਆਜ਼ਾਦ ਕਰੋ। पर उस बरअब्बा नूं जिहड़ा डाकू सी, जिहड़ा खूनी सी, जिहड़ा चोर सी, जो पापी सी, कहंदा तुसीं ओहनूं छुड़ा लिया, पर उस धर्मी नूं तुसीं कहंदा मरण दे लई दे दित्ता। कहंदा तुसीं इत्थों तक कि कहंदा ओहनूं मार ही सुੱਟਿਆ, सिर्फ मरण दे लई दित्ता नहीं पर मार ही सुੱਟਿਆ। कहंदा ओहनूं तुसीं मार सुੱਟਿਆ जिहड़ा जीवन देण वाला सी, ओहनूं तुसीं इनकार करके अलग कर दित्ता जिहड़ा तुहाडे लई आया सी। ਤੇ ਜਦੋਂ ਬਹੁਤ ਵਾਰ ਸਾਡੇ ਕੋਲੇ ਸੁਨੇਹਾ ਆਉਂਦਾ ਆ ਵੀ ਯੀਸ਼ੂ ਮਸੀਹ ਜੋ ਆ ਉਹ ਮੁਰਦਿਆਂ ਦੇ ਵਿੱਚ ਜਾਨ ਪਾਉਣ ਵਾਲਾ ਪਰਮੇਸ਼ਰ ਆ, ਤੁਸੀਂ ਉਹਦੇ ਕੋਲੇ ਆਓਗੇ ਤਾਂ ਤੁਹਾਡੇ ਹਾਲਾਤ ਬਦਲ ਦੇਗਾ, ਤੇ ਉਸ ਵੇਲੇ ਅਸੀਂ ਠੁਕਰਾ ਦਿੰਨੇ ਆ ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹ ਹੈ ਕੌਣ ਆ, ਉਹ ਕਿਵੇਂ ਦਾ, ਉਹ ਕੀ ਕਰ ਸਕਦਾ। ਪਰ ਅਸੀਂ ਮੁਰਦਿਆਂ ਦੇ ਵਿੱਚ ਫਸੇ ਰਹਿੰਦੇ ਆ। ਅਸੀਂ ਆਪਣੀਆਂ ਭੇਟਾਂ ਮਸੀਹ ਦੇ ਕੋਲੇ ਲਿਆਉਣ ਤੋਂ ਚੰਗਾ ਅਸੀਂ ਮੁਰਦਿਆਂ ਦੇ ਅੱਗੇ ਆਪਣੀਆਂ ਭੇਟਾਂ ਚੜਾ ਕੇ ਆਉਂਦੇ, ਆਪਣੀ ਜੀਵਨ ਦੀ ਪੂੰਜੀ, ਆਪਣੀ ਮਿਹਨਤ ਦੀ ਕਮਾਈ ਉਹਨਾਂ ਮੁਰਦਿਆਂ ਦੇ ਅੱਗੇ ਸੌਂਪ ਕੇ ਆ ਜਾਂਦੇ, ਜੋ ਨਾ ਵੇਖਦੇ, ਨਾ ਸੁਣਦੇ, ਨਾ ਬੋਲਦੇ, ਨਾ ਜਵਾਬ ਦਿੰਦੇ ਆ। ਪਰ ਜਿਹੜਾ ਜ਼ਿੰਦਗੀ ਦਿੰਦਾ ਆ, ਸੁਣਦਾ ਵੀ ਆ, ਬੋਲਦਾ ਵੀ ਆ, ਜਵਾਬ ਵੀ ਦਿੰਦਾ ਆ, ਉਹਨੂੰ ਅਸੀਂ ਇਨਕਾਰ ਕਰਕੇ ਆਪਣੇ ਤੋਂ ਅਲੱਗ ਕਰ ਦਿੰਦੇ ਆ। ਅਤੇ ਬਹੁਤ ਸਾਰੇ ਅਜਿਹੇ ਵੀ ਆ ਜਿਹੜੇ ਉਹਦਾ ਮਖੌਲ ਉਡਾਉਂਦੇ ਆ। ਅਤੇ ਇਸ ਗੱਲ ਪੁਰਾਣੇ ਸਮੇਂ 'ਚ ਵੀ ਹੋਈ ਸੀ, ਜਦੋਂ ਯੀਸ਼ੂ ਮਸੀਹ ਨੂੰ ਕਰੂਸ 'ਤੇ ਚੜ੍ਹਾਏ ਜਾਣ ਦੇ ਲਈ ਲੈ ਕੇ ਜਾ ਰਹੇ ਸੀ, ਉਦੋਂ ਵੀ ਲੋਕਾਂ ਨੇ ਮਜ਼ਾਕ ਕੀਤਾ। ਜਦੋਂ ਉਹਨੂੰ ਕਰੂਸ 'ਤੇ ਲਿਜਾਣ ਤੋਂ ਪਹਿਲਾਂ ਰੈਡੀ ਕੀਤਾ ਜਾ ਰਿਹਾ ਸੀ, ਉਦੋਂ ਵੀ ਉਹਨੂੰ ਲੋਕਾਂ ਨੇ ਮਜ਼ਾਕ ਕੀਤਾ। ਔਰ ਜਦੋਂ ਉਹਨੂੰ ਕਰੂਸ ਉੱਤੇ ਚੜ੍ਹਾ ਦਿੱਤਾ, ਉਦੋਂ ਵੀ ਲੋਕਾਂ ਨੇ ਉਹਦਾ ਮਖੌਲ ਉਡਾਇਆ। ਤਾਂ ਕਹਿੰਦਾ ਜਿਹੜਾ ਤਾਂ ਜੀਵਨ ਦੇਣ ਵਾਲਾ ਸੀ ਉਹਦਾ ਤੁਸੀਂ ਮਖੌਲ ਉਡਾਈ ਜਾ ਰਹੇ ਆ, ਉਹਦਾ ਤੁਸੀਂ ਇਨਕਾਰ ਕਰੀ ਜਾ ਰਹੇ ਆ, ਉਹਨੂੰ ਤੁਸੀਂ ਛੱਡੀ ਜਾ ਰਹੇ ਆ, ਉਹਦੇ ਤੋਂ ਤੁਸੀਂ ਕਹਿੰਦਾ ਮੂੰਹ ਫੇਰੀ ਜਾ ਰਹੇ ਆ। ਪਰ ਜਿਹੜਾ ਜ਼ਿੰਦਗੀ ਦੇਣ ਵਾਲਾ ਨਹੀਂ ਆ, ਜਿਹੜਾ ਜ਼ਿੰਦਗੀ ਲੈਣ ਵਾਲਾ ਆ, ਜਿਹੜਾ ਜ਼ਿੰਦਗੀ ਖੋਣ ਵਾਲਾ ਆ, ਜਿਹੜੇ ਖੁਦ ਮਰੇ ਹੋਏ ਆ, ਉਹਨਾਂ ਦਾ ਪਿੱਛਾ ਤੁਸੀਂ ਕਰਦੇ ਆ। ਸਭ ਤੋਂ ਪਹਿਲਾਂ ਤਾਂ ਅਸੀਂ ਮਰਿਆ ਹੋਇਆਂ ਨੂੰ ਪੂਜਦੇ ਆ, ਕਿਉਂਕਿ ਵਚਨ ਸਾਨੂੰ ਦੱਸਦਾ ਵੀ ਜਿਹੜੇ ਮਰ ਗਏ ਆ ਉਹ ਆਰਾਮ ਦੀ ਨੀਂਦ ਸੁੱਤੇ ਪਏ ਆ, ਉਹਨਾਂ ਨੂੰ ਨਹੀਂ ਪਤਾ ਵੀ ਧਰਤੀ 'ਤੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ।
ਤਾਂ ਸਾਡਾ ਮਰਿਆ ਹੋਇਆਂ ਨੂੰ ਪੂਜਣਾ ਬਿਲਕੁਲ ਵਿਅਰਥ ਆ। ਔਰ ਉਸ ਤੋਂ ਬਾਅਦ ਮੂਰਤੀਆਂ ਨੂੰ ਅਸੀਂ ਪੂਜਦੇ ਹਾਂ, ਜਿਹੜੀਆਂ ਮੂਰਤੀਆਂ ਅਸੀਂ ਆਪਦੇ ਹੱਥੀਂ ਬਣਾਈਆਂ, ਆਪਦੀ ਮਰਜ਼ੀ ਨਾਲ ਉਹਨੂੰ ਆਕਾਰ ਸ਼ੇਪ ਦੇ ਦਿੱਤੀ, ਉਹਨੂੰ ਅਸੀਂ ਪੂਜਦੇ ਹਾਂ ਜਦ ਕਿ ਉਹ ਪਰਮੇਸ਼ਰ ਨਹੀਂ ਆ। ਔਰ ਤੀਸਰੀ ਗੱਲ, ਅਸੀਂ ਦੁਸ਼ਟ ਦਾ ਪਿੱਛਾ ਕਰਦੇ ਹਾਂ। ਬਹੁਤ ਸਾਰੇ ਲੋਕ ਕਹਿੰਦੇ ਕਿ ਦੁਸ਼ਟ ਨੇ ਸਾਡੇ ਮਨ ਦੇ ਵਿੱਚ ਵਿਚਾਰ ਪਾਏ ਤੇ ਸਾਥੋਂ ਪਾਪ ਕਰਵਾ ਦਿੱਤਾ। ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਕਿ ਦੁਸ਼ਟ ਸਿਰਫ ਸਾਡੇ ਮਨ ਦੇ ਵਿੱਚ ਵਿਚਾਰ ਪਾ ਸਕਦਾ ਆ, ਸਾਥੋਂ ਬੁਰਾ ਕੰਮ ਕਰਵਾ ਨਹੀਂ ਸਕਦਾ, ਕਿਉਂਕਿ ਉਹਨੇ ਯੀਸ਼ੂ ਮਸੀਹ ਦੇ ਮਨ 'ਚ ਵੀ ਬੁਰੇ ਵਿਚਾਰ ਪਾਏ ਸੀ ਪਰ ਉਹਦੇ ਤੋਂ ਕਰਵਾ ਨਹੀਂ ਪਾਇਆ। ਉਹ ਯੀਸ਼ੂ ਮਸੀਹ ਦੇ ਵਿੱਚ ਵਚਨ ਸੀ ਪਰਮੇਸ਼ਰ ਦਾ, ਪਰਮੇਸ਼ਰ ਦੀਆਂ ਗੱਲਾਂ ਸੀ, ਡਰ ਸੀ ਪਰਮੇਸ਼ਰ ਦਾ ਭੈ ਸੀ, ਪਰਮੇਸ਼ਰ ਦਾ ਗਿਆਨ ਸੀ, ਤੇ ਉਹਨੇ ਉਸ ਦੁਸ਼ਟ ਨੂੰ ਮੋੜਮਾ ਜਵਾਬ ਦਿੱਤਾ ਪਰ ਉਹਦੀ ਗੱਲ ਮੰਨੀ ਨਹੀਂ, ਕਿਉਂਕਿ ਅਸੀਂ ਕੱਚੇ ਹਾਂ, ਅਸੀਂ ਅਵਿਸ਼ਵਾਸੀ ਹਾਂ, ਅਸੀਂ ਪਾਪੀ ਹਾਂ। ਤੇ ਜਿਵੇਂ ਦੁਸ਼ਟ ਕਹਿੰਦਾ ਅਸੀਂ ਭੜਕ ਪੈਂਦੇ ਹਾਂ ਤੇ ਅਸੀਂ ਉਹੀ ਕੰਮ ਕਰਨ ਲੱਗ ਜਾਂਦੇ। ਕਰਦੇ ਅਸੀਂ ਹਾਂ, ਸਭ ਕੁਝ ਅਸੀਂ ਖੁਦ ਕਰਦੇ, ਸ਼ੈਤਾਨ ਸਾਥੋਂ ਕਰਵਾਉਂਦਾ ਨਹੀਂ ਆ, ਸਿਰਫ ਸਾਡੇ ਮਨ 'ਚ ਵਿਚਾਰ ਪਾ ਸਕਦਾ ਆ। ਤੇ ਕਹਿੰਦਾ ਤੁਸੀਂ ਉਸ ਵੇਲੇ ਉਸ ਦੁਸ਼ਟ ਦੇ ਪਿੱਛੇ ਲੱਗ ਕੇ ਜਿਹੜਾ ਤੁਹਾਡੇ ਅੰਦਰ ਬੋਲ ਰਿਹਾ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਲੋਕ ਮਸੀਹ ਤੇ ਵਿਸ਼ਵਾਸ ਕਰਨ, ਬਹੁਤੇ ਉਹਦੀ ਖੁਸ਼ਖਬਰੀ ਦੇ ਪ੍ਰਚਾਰ ਨੂੰ ਸੁਣ ਲੈਣ ਅਤੇ ਬਹੁਤੇ ਲੋਕ ਉਹਦੇ ਚੇਲੇ ਬਣ ਜਾਣ। ਕਿਤੇ ਬਹੁਤੀ ਛੇਤੀ ਸਾਰੇ ਸੰਸਾਰ ਤੇ ਮਸੀਹ ਉਜਾਗਰ ਨਾ ਹੋ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਸਾਰੇ ਲੋਕ ਉਹਦਾ ਪਿੱਛਾ ਕਰਨ ਲੱਗ ਜਾਣ ਤੇ ਉਹਨੇ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਵਿਚਾਰ ਪਾਏ ਕਿ ਇਹ ਝੂਠਾ ਆ, ਤੇ ਅਸੀਂ ਉਸ ਪਵਿੱਤਰ ਨੂੰ, ਧਰਮੀ ਨੂੰ, ਜੀਵਨ ਦੇਣ ਵਾਲੇ ਨੂੰ ਮਾਰਨ ਦੇ ਲਈ ਦੇ ਦਿੱਤਾ, ਬਲਕਿ ਮਾਰ ਹੀ ਦਿੱਤਾ। ਪਰ ਕਹਿੰਦਾ ਕਿ ਜਿਹਨੂੰ ਇਨਸਾਨ ਖਤਮ ਕਰ ਦੇਵੇ ਤਾਂ ਉਸ ਇਨਸਾਨ ਸੋਚਦਾ ਵੀ ਬਸ ਖਤਮ, ਪਰ ਜੋ ਇਨਸਾਨ ਖਰਾ ਹੋਵੇ, ਧਰਮੀ ਹੋਵੇ, ਤਾਂ ਉਹਦੇ ਲਈ ਪਰਮੇਸ਼ਰ ਕੋਲ ਇੱਕ ਬੈਟਰ ਪਲਾਨ ਆ ਕਿ ਉਹ ਉਹਨੂੰ ਮੁਰਦਿਆਂ ਵਿੱਚੋਂ ਜਿੰਦਾ ਕਰੇਗਾ। ਇਸ ਸੰਸਾਰ ਉੱਤੇ ਰਹਿਣ ਦੇ ਲਈ ਨਹੀਂ। ਅਸੀਂ ਕਦੇ ਵੀ ਇਹ ਗੱਲ ਨਾ ਸੋਚੀਏ ਕਿ ਪਰਮੇਸ਼ਰ ਜਦੋਂ ਅਸੀਂ ਮਰ ਜਾਈਏ ਤੂੰ ਸਾਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਜਿਵੇਂ ਲਾਜ਼ਰ ਨੂੰ ਧਰਤੀ 'ਤੇ ਰੱਖਿਆ ਸਾਨੂੰ ਵੀ ਰੱਖੀਏ, ਕਿਉਂਕਿ ਅਸੀਂ ਧਰਤੀ ਦਾ ਜੀਵਨ ਨਹੀਂ ਲੈਣਾ। ਲਾਜ਼ਰ ਨੂੰ ਉਹ ਜੀਵਨ ਮਿਲਿਆ ਸੀ ਜਿਹੜਾ ਕੁਝ ਕੁ ਸਾਲਾਂ ਦਾ ਸੀ, ਔਰ ਉਸ ਤੋਂ ਬਾਅਦ ਲਾਜ਼ਰ ਵੀ ਮਰਿਆ। ਇੱਕ ਵਾਰੀ ਮੌਤ ਤੋਂ ਬਚ ਗਿਆ ਪਰ ਦੂਜੀ ਮੌਤ ਤੇ ਫੇਰ ਆਈ, ਤੇ ਤੀਸਰੀ ਮੌਤ ਹੋ ਸਕਦਾ ਜਿਹੜੀ ਮੁਰਦਿਆਂ ਚੋਂ ਜਿੰਦਾ ਹੋਣ ਤੋਂ ਬਾਅਦ ਆ, ਤੀਸਰੀ ਮੌਤ ਹੋ ਸਕਦਾ ਉਹ ਵੀ ਉਹਦੇ ਤੇ ਇਫੈਕਟ ਕਰੇ। ਹੋ ਸਕਦਾ ਉਹਨੇ ਆਪਣੀ ਜ਼ਿੰਦਗੀ ਨਾ ਬਦਲੀ ਹੋਵੇ, ਹੋ ਸਕਦਾ ਪਾਪੀ ਹੋਵੇ। ਤੇ ਇਹਦਾ ਮਤਲਬ ਇਸ ਧਰਤੀ ਉੱਤੇ ਬੇਸ਼ੱਕ ਅਸੀਂ ਇੱਕ ਵਾਰੀ ਫੇਰ ਮੁਰਦਿਆਂ ਚੋਂ ਜਵਾ ਲਏ ਜਾਈਏ, ਸਾਨੂੰ ਉਸ ਜਿੰਦਾ ਹੋਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਬੇਸ਼ੱਕ ਅਸੀਂ ਇੱਕ ਵਾਰੀ ਜਿੰਦਾ ਹੋ ਜਾਵਾਂਗੇ, ਕੁਝ ਕੁ ਸਾਲ ਅਸੀਂ ਜੀ ਲਾਂਗੇ, ਅੰਤ ਤਾਂ ਅਸੀਂ ਮਰਾਂਗੇ ਹੀ ਨਾ। ਤਾਂ ਸਾਡੀ ਇੱਛਾ ਆ ਹੋਣੀ ਚਾਹੀਦੀ ਕਿ ਪ੍ਰਭੂ ਜਿੱਦਾਂ ਤੂੰ ਪਰਮੇਸ਼ਰ ਆਪਣੇ ਪੁੱਤਰ ਨੂੰ ਮੁਰਦਿਆਂ ਚੋਂ ਜਵਾਇਆ ਤੇ ਸਵਰਗ ਦੇ ਵਿੱਚ ਰਾਜ ਕਰਨ ਦੇ ਲਈ ਬਿਠਾਇਆ ਔਰ ਜੀਵਨ ਦਾ ਮੁਕਟ ਉਹਦੇ ਸਿਰ ਤੇ ਰੱਖਿਆ, ਇਹ ਪਰਮੇਸ਼ਰ ਸਾਡੇ ਵੀ ਸਿਰ ਦੇ ਉੱਤੇ ਜੀਵਨ ਦਾ ਮੁਕਟ ਹੋਵੇ। ਅਸੀਂ ਜਦੋਂ ਜਿਵਾਏ ਜਾਈਏ, ਅਸੀਂ ਮਰਨ ਦੇ ਲਈ ਨਹੀਂ ਪਰ ਜਿਉਂਦਿਆਂ ਦੇ ਵਿੱਚ ਜਿਉਂਦੇ ਰਹਿਣ ਦੇ ਲਈ ਜਵਾਲੇ ਜਾਈਏ। ਤੇ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਮੁਰਦਿਆਂ ਦੇ ਵਿੱਚੋਂ ਜਦ ਉਠਾਏ ਜਾਈਏ ਤਾਂ ਸਦਾ ਦੇ ਜਿਉਣ ਦੇ ਲਈ ਉਠਾਏ ਜਾਈਏ, ਤਾਂ ਉਹਦੇ ਲਈ ਸਾਨੂੰ ਇੱਕੋ ਕੰਮ ਕਰਨਾ ਪਵੇਗਾ, ਉਹ ਵੀ ਸਦਾ ਦਾ ਕੰਮ ਹੋਣਾ ਚਾਹੀਦਾ। ਜਿਹਦਾ ਜਿਉਣ ਸਾਨੂੰ ਸਦਾ ਦਾ ਚਾਹੀਦਾ ਤੇ ਇੱਕ ਤਾਂ ਸਦਾ ਦਾ ਕੰਮ ਸਾਨੂੰ ਹੋਰ ਕਰਨਾ ਪੈਣਾ, ਉਹ ਜਾਣਨ ਦੇ ਲਈ ਨੈਕਸਟ ਵਚਨ ਜੋ ਪੜਾਂਗੇ ਰਸੂਲਾਂ ਦੇ ਕਿਤਾਬ 3:18 ਔਰ 19 ਨੰਬਰ ਆਇਤ ਨੂੰ। ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ਰ ਨੇ ਸਭਨਾ ਨਬੀਆਂ ਦੇ ਜ਼ੁਬਾਨੀ ਪਹਿਲਾਂ ਹੀ ਖਬਰ ਦਿੱਤੀ ਸੀ ਕਿ ਮੇਰਾ ਮਸੀਹ ਦੁੱਖ ਉਠਾਵੇਗਾ, ਇਸ ਕਰਕੇ ਉਸ ਨੇ ਇਸ ਨੂੰ ਪੂਰਾ ਕੀਤਾ। ਇਸ ਲਈ ਤੌਬਾ ਕਰੋ ਅਤੇ ਮੁੜੋ ਕਿ ਸਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਹਾਲੇਲੂਇਆ। ਹੁਣ ਵਚਨ ਸਾਨੂੰ ਪਿਛਲੇ ਵਚਨ ਨੇ ਦੱਸਿਆ ਕਿ ਅਸੀਂ ਮਤਲਬ ਸਾਡੇ ਪੁਰਖਿਆਂ ਨੇ ਯੀਸ਼ੂ ਮਸੀਹ ਦਾ ਇਨਕਾਰ ਕੀਤਾ ਅਤੇ ਉਹਨੂੰ ਮਾਰਨ ਦੇ ਲਈ ਦੇ ਦਿੱਤਾ ਔਰ ਉਹਨੂੰ ਮਰਵਾ ਹੀ ਸੁੱਟਿਆ। ਔਰ ਅਸੀਂ ਕੀ ਕੀਤਾ? ਅਸੀਂ ਅੱਧੀ ਜ਼ਿੰਦਗੀ ਖਰਾਬ ਕਰਤੀ। ਬੜੇ ਲੋਕ ਸਾਡੇ ਕੋਲੇ ਸੁਸਮਾਚਾਰ ਲੈ ਕੇ ਆਏ, ਬੜਿਆਂ ਨੇ ਸਾਨੂੰ ਖੁਸ਼ਖਬਰੀ ਸੁਣਾਈ, ਪਰ ਅਸੀਂ ਉਹਨਾਂ ਦੀ ਖੁਸ਼ਖਬਰੀ ਨੂੰ ਜੋਕ ਸਮਝ ਕੇ ਹਾਸੇ 'ਚ ਉਡਾ ਦਿੱਤਾ, ਮਖੌਲ ਸਮਝ ਕੇ ਹਾਸੇ 'ਚ ਹੀ ਉਡਾ ਦਿੱਤਾ। ਅਸੀਂ ਉਹਨਾਂ ਦੀ ਗੱਲ ਨੂੰ ਬਸ ਹੱਸ ਕੇ ਹੀ ਟਾਲ ਦਿੱਤਾ, ਅਸੀਂ ਉਹਨਾਂ ਦੀ ਗੱਲ ਸੁਣੀ ਨਹੀਂ। ਤੇ ਜਦੋਂ ਪਰਮੇਸ਼ਰ ਦੇ ਖੁਸ਼ਖਬਰੀ ਦਾ ਪ੍ਰਚਾਰ ਸਾਡੇ ਕੋਲੇ ਆਇਆ ਤਾਂ ਅਸੀਂ ਉਹਦੀ ਉਲੰਘਣਾ ਕੀਤੀ ਤੇ ਅਸੀਂ ਵੀ ਪਾਪ ਕੀਤਾ। ਕਹਿੰਦਾ ਚਲੋ ਉਹ ਤਾਂ ਇੱਕ ਅਲੱਗ ਗੱਲ ਆ ਕਿ ਪਰਮੇਸ਼ਰ ਨੇ ਪਹਿਲਾਂ ਹੀ ਨਬੀਆਂ ਦੇ ਦੁਆਰਾ ਦੱਸਿਆ ਸੀ ਕਿ ਮੇਰਾ ਮਸੀਹ ਦੁੱਖ ਉਠਾਵੇਗਾ, ਪਰ ਇੱਕ ਵਚਨ ਸਾਨੂੰ ਦੱਸਦਾ ਹੈ ਨਾ ਕਿ ਠੋਕਰ ਦਾ ਨਾਂ ਲੱਗਣਾ ਅਨਹੋਣਾ ਆ, ਪਰ ਲਾਹਨਤੀ ਉਹ ਇਨਸਾਨ ਆ ਜਿਹਦੇ ਕਰਕੇ ਠੋਕਰ ਲੱਗਦੀ ਆ। ਹੁਣ ਯੀਸ਼ੂ ਨੇ ਦੁੱਖ ਉਠਾਉਣੇ ਸੀ, ਉਹਨੇ ਉਠਾਉਣੇ ਹੀ ਸੀਗੇ, ਪਰ ਸ਼ਰਾਪਿਤ ਉਹ ਇਨਸਾਨ ਆ ਜਿਨ੍ਹਾਂ ਦੇ ਕਰਕੇ ਮਸੀਹ ਨੇ ਦੁੱਖ ਉਠਾਏ।
ਜਿਨ੍ਹਾਂ ਦੇ ਕਰਕੇ ਉਹ ਦੋਸ਼ੀ ਠਹਿਰਾਇਆ ਗਿਆ, ਜਿਨ੍ਹਾਂ ਨੇ ਉਹਦੇ ਖਿਲਾਫ ਝੂਠੀਆਂ ਗਵਾਹੀਆਂ ਦਿੱਤੀਆਂ, ਜਿਨ੍ਹਾਂ ਨੇ ਉਹਦਾ ਇਨਕਾਰ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਧਾਰਮਿਕਤਾ ਦੇ ਕੰਮ ਵੇਖੇ ਪਰ ਝੂਠ ਬੋਲਿਆ, ਜਿਨ੍ਹਾਂ ਨੇ ਉਹਦੇ ਤੇ ਝੂਠੇ ਦੋਸ਼ ਲਗਾਏ, ਸ਼ਰਾਪਿਤ ਉਹ ਇਨਸਾਨ ਆ। ਬੇਸ਼ੱਕ ਮਸੀਹ ਦੇ ਨਾਲ ਇਹ ਸਭ ਕੁਝ ਹੋਣਾ ਸੀ। ਹੋ ਸਕਦਾ ਯਹੂਦਾ ਇਸਕਰਿਓਤੀ ਨਾ ਹੁੰਦਾ ਉਸ ਵੇਲੇ, ਤਾਂ ਪ੍ਰਭੂ ਕਿਸੇ ਹੋਰ ਨੂੰ ਚੁਣ ਲੈਂਦਾ ਇਸ ਕੰਮ ਦੇ ਲਈ। ਕਹਿੰਦਾ ਠੋਕਰ ਦਾ ਨਾ ਲੱਗਣਾ ਅਨਹੋਣਾ ਆ, ਕਿ ਕੋਈ ਬੰਦਾ ਅਜਿਹਾ ਨਹੀਂ ਜਿਹਨੂੰ ਠੋਕਰ ਨਾ ਲੱਗੇ, ਪਰ ਸ਼ਰਾਪਿਤ ਉਹ ਇਨਸਾਨ ਆ ਜਿਹੜਾ ਕਿਸੇ ਨੂੰ ਠੋਕਰ ਲਵਾਉਂਦਾ ਆ। ਕਹਿੰਦਾ ਜਿਹੜਾ ਠੋਕਰ ਲਵਾਉਂਦਾ ਆ, ਚੰਗਾ ਹੁੰਦਾ ਕਿ ਉਹ ਜੰਮਦਾ ਹੀ ਨਾ, ਚੰਗਾ ਹੁੰਦਾ ਕਹਿੰਦਾ ਉਹਦੇ ਗਲੇ ਦੇ ਵਿੱਚ ਪੁੜ ਪਾ ਦਿੰਦੇ ਅਤੇ ਉਹਨੂੰ ਸਮੁੰਦਰ ਵਿੱਚ ਛੱਡ ਦਿੰਦੇ। ਕਹਿੰਦਾ ਉਹ ਹੋਇਆ ਵੀ ਨਾ ਹੋਇਆ ਵਰਗਾ ਆ ਜਿਹੜਾ ਕਿਸੇ ਦੀ ਠੋਕਰ ਦਾ ਕਾਰਨ ਬਣਿਆ। ਬੇਸ਼ੱਕ ਅਸੀਂ ਮਸੀਹ ਦੇ ਸਲੀਬ ਤੇ ਚੜਾਏ ਜਾਣ ਦੇ ਵੇਲੇ ਨਹੀਂ ਸੀ, ਬੇਸ਼ੱਕ ਅਸੀਂ ਉਸ ਵੇਲੇ ਗਵਾਹੀਆਂ ਨਹੀਂ ਦਿੱਤੀਆਂ ਕਿ ਮਸੀਹ ਨੂੰ ਕਰੂਸ ਤੇ ਚੜਾ ਦਿਓ, ਪਰ ਅਸੀਂ ਜਦੋਂ ਮਸੀਹ ਵਿੱਚ ਨਹੀਂ ਸੀ, ਮਸੀਹੀ ਲੋਕਾਂ ਦਾ ਮਖੌਲ ਉਡਾਉਂਦੇ ਰਹੇ ਹਾਂ। ਜਦੋਂ ਮਸੀਹ ਦੇ ਸੁਸਮਾਚਾਰ ਸਾਡੇ ਕੋਲ ਆਉਂਦਾ ਸੀ, ਅਸੀਂ ਹਾਸੇ ਕੇ ਟਾਲ ਦਿੰਦੇ ਹਾਂ, ਜਾਂ ਫਿਰ ਜਦੋਂ ਮਸੀਹ ਦਾ ਸੁਸਮਾਚਾਰ ਸਾਡੇ ਕੋਲ ਆਉਂਦਾ ਸੀ, ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਇਹ ਸਾਡਾ ਧਰਮ ਬਦਲਣ ਨੂੰ ਫਿਰਦੇ ਆ, ਪਰ ਅਸੀਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਤੇ ਇੱਦਾਂ ਦੇ ਜਿਹੜੇ ਅਪਰਾਧ ਸਾਡੇ ਤੋਂ ਹੋਏ ਆ, ਉਹਨਾਂ ਦੀ ਮਾਫੀ ਅਸੀਂ ਮੰਗਣੀ ਆ। ਬੇਸ਼ੱਕ ਆਪਾਂ ਅੱਜ ਸਵੇਰ ਦੇ ਵਚਨ 'ਚੋਂ ਇਹ ਗੱਲ ਜਾਣੀ ਸੀ ਕਿ ਜਦੋਂ ਮਸੀਹ ਦੇ ਵਿੱਚ ਅਸੀਂ ਆ ਗਏ ਤਾਂ ਅਸੀਂ ਪੁਰਾਣੇ ਪਾਪਾਂ ਤੋਂ ਛੁਡਾ ਲਏ ਗਏ ਹਾਂ, ਪਰ ਜਿੰਨਾ ਚਿਰ ਅਸੀਂ ਉਹਨਾਂ ਪਾਪਾਂ ਦਾ ਇਕਰਾਰ ਕਰਕੇ ਤੌਬਾ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਪਾਪਾਂ ਦੀ ਮਾਫੀ ਮਿਲਣੀ ਮੁਸ਼ਕਿਲ ਵੀ ਆ। ਕਿਉਂਕਿ ਹਰ ਇੱਕ ਇਨਸਾਨ ਤੌਬਾ ਕਰੇ। ਚਲੋ ਇਹ ਪਾਪ ਇੱਕ ਹਿਸਾਬ ਨਾਲ ਆਪਾਂ ਮੰਨੀਏ ਵੀ ਅਗਰ ਪਰਮੇਸ਼ਰ ਦੇ ਵਿੱਚ ਆਉਣ ਦੇ ਨਾਲ ਇਹ ਪਾਪ ਸਾਡੇ ਮਾਫ ਹੋ ਵੀ ਗਏ ਹੋਣ, ਵੀ ਜੋ ਅਸੀਂ ਕਰਦੇ ਰਹੇ ਹਾਂ ਉਸ ਤੋਂ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ, ਪਰ ਜਿਹੜੇ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਪਾਪ ਕੀਤੇ ਆ, ਜੇ ਅਸੀਂ ਕਹੀਏ ਵੀ ਉਹਨਾਂ ਦੀ ਪਾਪਾਂ ਦੀ ਮਾਫੀ ਸਾਨੂੰ ਆਪੇ ਹੀ ਮਿਲ ਜੂਗੀ, ਪਾਪਾਂ ਦੀ ਮਾਫੀ ਮਿਲ ਤਾਂ ਜ਼ਰੂਰ ਜਾਊਗੀ ਪਰ ਆਪੇ ਨਹੀਂ, ਉਹਦੇ ਲਈ ਸਾਨੂੰ ਇਕਰਾਰ ਕਰਨਾ ਪਏਗਾ। ਹੁਣ ਸਾਨੂੰ ਇੱਕ ਮਾਂ ਤੋਂ ਆਪਣੀ ਤੋਂ ਖਾਣਾ ਲੈਣ ਲਈ ਉਹਨੂੰ ਦੱਸਣਾ ਪੈਂਦਾ ਕਿ ਮੈਨੂੰ ਭੁੱਖ ਲੱਗੀ ਆ, ਜਾਂ ਸਾਨੂੰ ਘਰ ਵਿੱਚ ਕੋਈ ਚੀਜ਼ ਨਹੀਂ ਮਿਲ ਰਹੀ ਤਾਂ ਸਾਨੂੰ ਦੱਸਣਾ ਪੈਂਦਾ ਵੀ ਮੈਨੂੰ ਮਿਲ ਨਹੀਂ ਰਹੀ, ਕਿਸੇ ਨੇ ਦੇਖੀ ਆ ਤਾਂ ਮੈਨੂੰ ਦੱਸੇਗਾ। ਉਸੇ ਤਰ੍ਹਾਂ ਸਾਨੂੰ ਬੋਲਣਾ ਤਾਂ ਪਏਗਾ ਹੀ ਨਾ ਕਿ ਪਰਮੇਸ਼ਰ ਹਾਂ ਮੈਥੋਂ ਇਹ ਗਲਤੀ ਗੁਨਾਹ ਅਪਰਾਧ ਹੋ ਰਹੇ ਆ, ਜਾਂ ਮੈਥੋਂ ਹੋ ਗਏ ਸੀ, ਜਾਂ ਮੈਂ ਹਜੇ ਵੀ ਕਰ ਰਿਹਾ ਆ, ਐ ਖੁਦਾ ਮੇਰੀ ਮਦਦ ਕਰ, ਮੈਂ ਇਹਦੇ ਚੋਂ ਨਿਕਲਣਾ ਚਾਹੁੰਦਾ ਆ। ਤਾਂ ਇੱਕ ਇਹ ਸਦਾ ਦਾ ਕੰਮ ਸਾਡੇ ਅੰਦਰ ਹੋਣਾ ਚਾਹੀਦਾ, ਸਦਾ ਦੀ ਤੌਬਾ। ਜੇ ਅਸੀਂ ਕਹੀਏ ਵੀ ਅਸੀਂ ਤਾਂ ਬਹੁਤ ਕੋਸ਼ਿਸ਼ ਕਰਦੇ ਆ, ਸਾਥੋਂ ਫਿਰ ਵੀ ਹੋ ਹੀ ਜਾਂਦੇ ਆ, ਸ਼ੈਤਾਨ ਸਾਥੋਂ ਕਰਵਾ ਹੀ ਦਿੰਦਾ ਆ, ਤਾਂ ਅਸੀਂ ਝੂਠੇ ਆ। ਪਰਮੇਸ਼ਰ ਕਹਿੰਦਾ ਤੌਬਾ ਕਰੋ ਅਤੇ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾ ਦਿੱਤੇ ਜਾਣ। ਹੁਣ ਇਹ ਨਹੀਂ ਹੈ ਕਿ ਮਸੀਹ ਦੇ ਵਿੱਚ ਅਗਰ ਅਸੀਂ ਆ ਗਏ, ਸਾਥੋਂ ਪਾਪ ਹੋ ਗਿਆ ਤਾਂ ਇਹ ਮਾਫ ਨਹੀਂ ਹੋਣੇ, ਪਰ ਮਾਫੀ ਦੇ ਲਈ ਸਾਨੂੰ ਤੌਬਾ ਵੀ ਸਦਾ ਦੀ ਕਰਨੀ ਪਏਗੀ ਅਤੇ ਸੱਚਾ ਇਕਰਾਰ ਵੀ ਕਰਨਾ ਪਏਗਾ। ਇੱਕ ਤਾਂ ਅਸੀਂ ਇਕਰਾਰ ਕਰਨਾ ਹੀ, ਉੱਤੋਂ ਨਾਲ ਦੀਆਂ ਸ਼ਿਕਾਇਤਾਂ ਲਾਈ ਜਾਈਏ ਕਿ ਪਰਮੇਸ਼ਰ ਮੇਰੇ ਫਲਾਣੇ ਦੋਸਤ ਨੇ ਮੈਥੋਂ ਪਾਪ ਕਰਵਾਤਾ, ਮੈਂ ਤਾਂ ਨਹੀਂ ਕਰਨਾ ਸੀ। ਪਰਮੇਸ਼ਰ ਮੇਰੀ ਭੈਣ ਮੇਰੇ ਨਾਲ ਲੜ ਪਈ, ਮੈਂ ਤਾਂ ਨਹੀਂ ਵਿਅਰਥਾ ਬੋਲਣਾ ਸੀ। ਪਰਮੇਸ਼ਰ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਆਹ ਗੱਲ ਕਹਿਤੀ, ਉਹਦੇ ਕਰਕੇ ਸਾਡੇ ਵਿੱਚ ਟੈਨਸ਼ਨ ਪ੍ਰੋਬਲਮ ਪੈ ਗਈ ਤੇ ਅਸੀਂ ਪਰਮੇਸ਼ਰ ਦੇ ਖਿਲਾਫ ਬੋਲਤਾ। ਜਾਂ ਫਿਰ ਪਰਮੇਸ਼ਰ ਸ਼ੈਤਾਨ ਆਇਆ, ਉਹਨੇ ਮੇਰੇ ਮਨ 'ਚ ਖਿਆਲ ਪਾਏ ਤੇ ਉਹਨੇ ਮੈਥੋਂ ਪਾਪ ਕਰਵਾਤਾ। ਜੇ ਅਸੀਂ ਆਹ ਗੱਲਾਂ ਕਹਿੰਦੇ, ਅਸੀਂ ਆਪਣੇ ਪਾਪਾਂ ਦਾ ਦੋਸ਼ ਕਿਸੇ ਹੋਰ ਸਿਰ ਮੜੀ ਜਾਂਦੇ ਪਰਮੇਸ਼ਰ ਅੱਗੇ ਬੈਠੇ, ਤਾਂ ਵੀ ਅਸੀਂ ਝੂਠੇ ਅਤੇ ਪਾਪੀ ਹੀ ਰਵਾਂਗੇ। ਜਿਹੜਾ ਬੰਦਾ ਕਹਿੰਦਾ ਕਿ ਪਰਮੇਸ਼ਰ ਮੈਂ ਗੁਨਹਗਾਰ ਆ, ਮੈਨੂੰ ਬੇਸ਼ੱਕ ਸ਼ੈਤਾਨ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਟਾਲ ਸਕਦਾ ਸੀ, ਪਰ ਮੈਂ ਟਲਿਆ ਨਹੀਂ, ਉਹਦੀ ਆਵਾਜ਼ ਨੂੰ ਸੁਣ ਲਈ। ਖੁਦਾਵੰਦ ਮੇਰਾ ਦੋਸਤ ਨਸ਼ਾ ਕਰਦਾ ਸੀ, ਉਹਨੇ ਮੈਨੂੰ ਕਿਹਾ ਕਰ ਲਾ, ਮੈਂ ਉਹਨੂੰ ਮਨਾ ਕਰ ਸਕਦਾ ਸੀ ਪਰ ਮੈਂ ਉਹਦੀ ਆਵਾਜ਼ ਸੁਣ ਲਈ। ਐ ਪਰਮੇਸ਼ਰ ਮੇਰੇ ਨਾਲ ਕਿਸੇ ਨੇ ਉੱਚੀ ਆਵਾਜ਼ 'ਚ ਬੋਲਿਆ, ਮੈਂ ਉਹਦੇ ਅੱਗੋਂ ਚੁੱਪ ਰਹਿ ਸਕਦਾ ਸੀ ਪਰ ਮੈਨੂੰ ਗੁੱਸਾ ਆ ਗਿਆ, ਮੈਂ ਬੋਲ ਪਿਆ। ਪਰਮੇਸ਼ਰ ਮੇਰੀ ਮਦਦ ਕਰ, ਮੈਥੋਂ ਪਾਪ ਹੋ ਗਏ ਆ। ਇਹ ਹੁੰਦਾ ਤੌਬਾ, ਇਹ ਹੁੰਦਾ ਸੱਚਾ ਇਕਰਾਰ। ਜੇ ਅਸੀਂ ਕਹੀਏ ਵੀ ਹਾਂ ਉਹਨੇ ਕਰਵਾਤਾ, ਮੈਂ ਕਾਹਦਾ ਕਰਨਾ ਸੀ, ਜੇ ਸ਼ੈਤਾਨ ਮੈਥੋਂ ਨਾ ਕਰਵਾਉਂਦਾ ਮੈਂ ਕਾਹਦਾ ਕਰਨਾ ਸੀ। ਨਾ ਭੁੱਲੋ ਕਿ ਸ਼ੈਤਾਨ ਸਿਰਫ ਮਨ 'ਚ ਸਾਡੇ ਖਿਆਲ ਪਾਉਂਦਾ ਆ, ਸ਼ੈਤਾਨ ਸਾਡਾ ਹੱਥ ਫੜ ਕੇ ਕੋਈ ਪਾਪ ਕਰਵਾਉਂਦਾ ਨਹੀਂ ਆ। ਜੋ ਹੱਥ ਫੜ ਕੇ ਕਰਵਾਉਣ ਵਾਲਾ ਹੁੰਦਾ ਤਾਂ ਯਿਸੂ ਮਸੀਹ ਕਦੋਂ ਦੇ ਨਰਕ ਵਿੱਚ ਡਿੱਗ ਚੁੱਕੇ ਹੁੰਦੇ, ਕਦੋਂ ਦੇ ਪਾਪ 'ਚ ਪੈ ਚੁੱਕੇ ਹੁੰਦੇ, ਕਿਉਂਕਿ 40 ਵਰਤਾਂ ਤੋਂ ਬਾਅਦ ਸ਼ੈਤਾਨ ਉਹਨੂੰ ਪਰਖਣ ਆਇਆ ਸੀ। ਉਹਨੂੰ ਭੁੱਖ ਲੱਗੀ ਸੀ, ਸਾਨੂੰ ਭੁੱਖ ਲੱਗੀ ਹੋਵੇ ਕੋਈ ਕਵੇ ਝੱਟ ਦੇ ਨੇ ਅਸੀਂ ਮੰਨ ਜਾਈਏ, ਪਰ ਉਹ ਨਹੀਂ ਮੰਨਿਆ।
शैतान साडे तां मन च ख्याल पाउंदा, ਉਹਦੇ ਤਾਂ ਸਾਹਮਣੇ ਖੜ ਕੇ ਉਹਨੂੰ ਕਹਿ ਰਿਹਾ ਸੀ ਕਿ ਮੈਨੂੰ ਸਲਾਮ ਕਰ, ਤੇ ਅਸੀਂ ਕਦੋਂ ਦੇ ਸਲਾਮਾਂ ਠੋਕ ਦਿੰਦੇ ਵੀ ਸੰਸਾਰ ਤੇ ਰਾਜ ਕਰਨਾ, ਫਲਾਣੇ ਦੋਸਤ ਨੂੰ ਮਚਾਉਣਾ ਮੈਂ ਰਾਜਾ ਬਣ ਕੇ, ਫਲਾਣੇ ਰਿਸ਼ਤੇਦਾਰ ਤੋਂ ਉੱਚਾ ਹੋਣਾ ਮੈਂ ਉਹਨੂੰ ਮਚਾਉਣਾ, ਇਹ ਸਭ ਕਰਕੇ। ਤੇ ਸਾਨੂੰ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਚੱਕਰ ਦੇ ਵਿੱਚ ਹੀ ਅਸੀਂ ਕਦੋਂ ਦੇ ਸ਼ੈਤਾਨ ਦੀ ਗੱਲ ਮੰਨ ਕੇ ਉਹਨੂੰ ਸਲਾਮ ਕਰਦੇ ਤੇ ਸੰਸਾਰ ਦੇ ਰਾਜੇ ਬਣ ਜਾਂਦੇ। ਪਰ ਉਹ ਵਫਾਦਾਰ ਸੀ, ਉਹ ਧਰਮੀ ਸੀ, ਤੇ ਉਹਨੇ ਆਪਣੇ ਧਰਮ ਦੇ ਦੁਆਰਾ ਸ਼ੈਤਾਨ ਦੀ ਗੱਲ ਦਾ ਜਵਾਬ ਦਿੱਤਾ। ਤੇ ਅਸੀਂ ਸ਼ੈਤਾਨ ਦੀ ਗੱਲ ਦਾ ਜਵਾਬ ਨਹੀਂ ਦੇਣਾ ਸੀ, ਅਸੀਂ ਉਹਨੂੰ ਕਹਿਣਾ ਸੀ ਠੀਕ ਆ ਕਰਦੇ ਹਾਂ। ਹੁਣ ਇੱਥੋਂ ਅਸੀਂ ਇਸ ਗੱਲ ਨੂੰ ਪ੍ਰੂਫ ਕਰ ਸਕਦੇ ਵੀ ਸ਼ੈਤਾਨ ਸਾਤੋਂ ਹੱਥ ਫੜ ਕੇ ਨਹੀਂ ਕਰਵਾ ਸਕਦਾ, ਸਾਡੇ ਮੂੰਹ ਸ਼ਬਦ ਆਪੇ ਨਹੀਂ ਕਢਾ ਸਕਦਾ, ਸਾਡੇ ਹੱਥਾਂ ਤੋਂ ਗਲਤ ਕੰਮ ਆਪੇ ਨਹੀਂ ਕਰਾ ਸਕਦਾ, ਅਸੀਂ ਕਰਦੇ ਖੁਦ ਹਾਂ। ਤੇ ਉਹਦੇ ਲਈ ਸਾਨੂੰ ਇਕਰਾਰ ਕਰਨਾ ਪਏਗਾ। ਆਹ ਇਕਰਾਰ ਨਹੀਂ ਵੀ ਉਹਨੇ ਮੈਥੋਂ ਕਰਾਤਾ, ਫਲਾਣੇ ਨੇ ਮੈਥੋਂ ਕਰਾਤਾ, ਉਹਨੇ ਮੈਨੂੰ ਕਹਿਤਾ ਮੈਥੋਂ ਰਿਹਾ ਨਹੀਂ ਗਿਆ। ਰਿਹਾ ਤਾਂ ਤੁਹਾਥੋਂ ਨਹੀਂ ਗਿਆ ਨਾ, ਉਹਨੇ ਤਾਂ ਕਹਿਤਾ ਪਰ ਤੁਸੀਂ ਰਹਿ ਸਕਦੇ ਸੀ, ਪਰ ਤੁਹਾਥੋਂ ਨਹੀਂ ਰਿਹਾ ਗਿਆ। ਇਹਦਾ ਮਤਲਬ ਗਲਤੀ ਤੁਹਾਡੀ ਆ। ਆਪਣੀ ਗਲਤੀ ਨੂੰ ਆਪਣੇ ਸਿਰ ਲੈ ਕੇ ਇਕਰਾਰ ਕਰੋ ਵੀ ਹਾਂ ਪ੍ਰਭੂ ਮੇਰੇ ਤੋਂ ਹੋ ਗਈ ਆ, ਪਰਮੇਸ਼ਰ ਮੈਂ ਕਰਨਾ ਤਾਂ ਨਹੀਂ ਸੀ ਚਾਹੁੰਦਾ ਪਰ ਫਿਰ ਵੀ ਮੈਥੋਂ ਹੋ ਗਈ ਆ, ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ, ਮੈਨੂੰ ਮਾਫ ਕਰ। ਤੇ ਜੇ ਪਰਮੇਸ਼ਰ ਵੱਲੋਂ ਤੁਹਾਨੂੰ ਆਨਸਰ ਆਵੇ ਵੀ ਤੁਸੀਂ ਮਾਫ ਆ, ਤੇ ਇਹਦਾ ਮਤਲਬ ਇਹ ਨਹੀਂ ਵੀ ਪਰਮੇਸ਼ਰ ਨੇ ਇੱਕ ਵਾਰੀ ਮਾਫ ਕਰਤਾ ਕੋਈ ਨਹੀਂ, ਆਪਣਾ ਹੀ ਪਰਮੇਸ਼ਰ ਆ, ਫੇਰ ਕਰ ਦੂਗਾ ਮਾਫ। ਕਰ ਲੈਂਦੇ ਆ ਗਲਤੀ ਫੇਰ ਮਾਫ ਕਰ ਦੂਗਾ, ਆਪਣਾ ਹੀ ਪਰਮੇਸ਼ਰ ਆ, ਉਹ ਕਹਿੰਦਾ ਮੈਂ 100 ਵਾਰੀ ਕਰਾਂਗਾ, 1000 ਵਾਰੀ ਕਰਾਂਗਾ। ਤੇ ਜੇ ਅਸੀਂ ਜਾਣ ਬੁੱਝ ਕੇ ਉਹਦੇ ਅੱਗੇ ਪਾਪ ਕਰਾਂਗੇ ਉਹਦੀ ਮਾਫੀ ਨਹੀਂ ਆ। ਜੇ ਅਸੀਂ ਜਾਣ ਬੁੱਝ ਕੇ ਕਵਾਂਗੇ ਵੀ ਕੋਈ ਨਹੀਂ ਯਹੋਵਾ ਤਾਂ ਭੋਲਾ ਤੇ ਦਿਆਲੂ ਪਰਮੇਸ਼ਰ ਆ, ਉਹ ਤਾਂ ਦਇਆ ਕਰ ਹੀ ਦਿੰਦਾ ਆ, ਚਲੋ ਕਰ ਹੀ ਲੈਨੇ ਆ ਪਾਪ, ਤਾਂ ਕਹਿੰਦਾ ਉਹ ਤੁਹਾਨੂੰ ਮਾਫ ਨਹੀਂ ਕਰੇਗਾ। ਜਦੋਂ ਤੁਸੀਂ ਪਰਖਦੇ ਆਪਣੇ ਪਰਮੇਸ਼ਰ ਨੂੰ ਜਾਂ ਫਿਰ ਆਪਣੇ ਪਰਮੇਸ਼ਰ ਦਾ ਗਲਤ ਫਾਇਦਾ ਉਠਾਉਣੇ, ਉਹਦੀ ਭਲਾਈ ਦਾ, ਉਹਦੀ ਚੰਗਿਆਈ ਦਾ, ਉੱਥੇ ਸਾਡੀ ਪਾਪਾਂ ਦੀ ਮਾਫੀ ਨਹੀਂ ਆ। ਤਾਂ ਸੱਚੀ ਤੌਬਾ ਕਰੋ ਅਤੇ ਸਦਾ ਦੀ ਤੌਬਾ ਕਰੋ, ਕਿਉਂਕਿ ਸਾਨੂੰ ਜੇ ਜੀਵਨ ਸਦਾ ਦਾ ਚਾਹੀਦਾ ਤੇ ਤੌਬਾ ਵੀ ਸਦਾ ਦੀ ਹੀ ਹੋਣੀ ਚਾਹੀਦੀ ਆ। ਕਹਿੰਦਾ ਜੇ ਤੁਸੀਂ ਤੌਬਾ ਕਰੋ ਅਤੇ ਮੁੜੋ, ਹੁਣ ਇਹ ਨਹੀਂ ਹੈ ਵੀ ਅਸੀਂ ਇੱਕ ਵਾਰੀ ਮੁੜਿਆ ਤੇ ਮੁੜ ਕੇ ਫੇਰ ਪਾਪ 'ਚ ਚੱਲ ਗਏ। ਕਹਿੰਦਾ ਤੌਬਾ ਕਰੋ ਅਤੇ ਪਾਪ ਵੱਲੋਂ ਮੁੜ ਆਓ, ਬਦਲਾਵ ਕਰ ਲਓ ਆਪਣਾ, ਬਦਲ ਲਓ ਆਪਣੇ ਆਪ ਨੂੰ। ਜੇ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਤਾਂ ਪ੍ਰਭੂ ਦੇ ਹਜ਼ੂਰੋਂ ਤੁਹਾਡੀ ਜ਼ਿੰਦਗੀ 'ਚ ਸੁੱਖ ਦੇ ਦਿਨ ਨਿਕਲਣਗੇ। ਹਾਲੇਲੂਇਆ, ਸੁੱਖ ਦੇ ਦਿਨ ਆਉਣਗੇ। ਤੇ ਅਸੀਂ ਸੁੱਖ ਹੀ ਭਾਲਦੇ ਫਿਰਦੇ ਹਾਂ ਕਦੋਂ ਦੇ, ਸਾਨੂੰ ਸੁੱਖ ਹੀ ਤਾਂ ਚਾਹੀਦਾ ਆ, ਤੇ ਉਹ ਤਾਂ ਨਹੀਂ ਮਿਲ ਰਿਹਾ ਕਿਉਂਕਿ ਸਾਡਾ ਤੌਬਾ ਕਰਨਾ ਵੀ ਮਤਲਬੀ ਆ। ਤੌਬਾ ਦੇ ਵਿੱਚ ਵੀ ਝੂਠ ਆ, ਫਰੇਬ ਆ ਸਾਡੇ ਮਨਾਂ ਦੇ ਵਿੱਚ, ਅਸੀਂ ਪਰਮੇਸ਼ਰ ਨੂੰ ਠੱਗਦੇ ਫਿਰਦੇ ਆ। ਕਹਿੰਦਾ ਮੈਨੂੰ ਠੱਗੋ ਨਾ, ਮੈਨੂੰ ਸਭ ਪਤਾ ਆ, ਇਸ ਲਈ ਮੇਰੇ ਮੂਹਰੇ ਚਲਾਕ ਨਾ ਬਣੋ। ਜੋ ਤੁਸੀਂ ਚਲਾਕੀ ਕਰੋਗੇ ਉਨੀ ਬਖਸ਼ੀ ਜਾਏਗੀ, ਜੇ ਤੌਬਾ ਕਰੋਗੇ ਤਾਂ ਮੈਂ ਤੌਬਾ ਕਰ ਦੇਵਾਂਗਾ। ਤਾਂ ਸੱਚੀ ਤੌਬਾ ਕਰੋ ਤਾਂ ਜੋ ਅਸੀਂ ਸੁੱਖ ਨੂੰ ਮਹਿਸੂਸ ਕਰ ਸਕੀਏ, ਅਸੀਂ ਪਾਪਾਂ ਦੇ ਉੱਤੇ ਫਤਿਹ ਪਾ ਸਕੀਏ, ਦੁੱਖਾਂ ਦੇ ਉੱਤੇ ਫਤਿਹ ਪਾ ਸਕੀਏ। ਹਾਲੇਲੂਇਆ। ਤਾਂ ਆਓ ਅੱਜ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਪ੍ਰਭੂ ਜੀ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਹੀ ਕਰਦੇ ਖੁਦਾਵੰਦ। ਸੱਚਮੁੱਚ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ, ਅੱਜ ਦੇ ਦਿਨ ਦੀ ਨਵੀਂ ਜ਼ਿੰਦਗੀ ਦੇ ਲਈ, ਨਵੀਂ ਆਸ, ਨਵੀਂ ਉਮੀਦ ਦੇ ਲਈ ਪਿਤਾ ਪਰਮੇਸ਼ਰ, ਨਵੀਂ ਰੋਸ਼ਨੀ, ਨਵੀਂ ਓਟ ਦੇ ਲਈ ਪ੍ਰਭੂ ਜੀ। ਸੱਚਮੁੱਚ ਖੁਦਾਵੰਦ ਅੱਜ ਦੇ ਦਿਨ ਦੀਆਂ ਨਿਆਮਤਾਂ ਦੇ ਲਈ ਖੁਦਾਵੰਦ, ਅੱਜ ਦੇ ਦਿਨ ਦੇ ਮੇਲ ਮਿਲਾਪ ਦੇ ਲਈ ਪ੍ਰਭੂ ਜੀ, ਅੱਜ ਦੇ ਦਿਨ ਦੀ ਕਿਰਪਾ, ਆਸ਼ੀਸ਼, ਬਰਕਤ ਦੇ ਲਈ ਪਿਤਾ ਪਰਮੇਸ਼ਰ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਸੱਚਮੁੱਚ ਖੁਦਾਵੰਦ ਤੁਸੀਂ ਸਾਨੂੰ ਦਿਨ ਭਰ ਵਿੱਚ ਸੰਭਾਲ ਕੇ ਰੱਖਿਆ, ਸਾਡੇ ਰੋਜ਼ ਦੀ ਰੋਟੀ ਤੁਸੀਂ ਸਾਨੂੰ ਦਿੱਤੀ ਪਿਤਾ ਪਰਮੇਸ਼ਰ, ਔਰ ਅੱਜ ਦੀ ਇਹ ਸੁੰਦਰ ਸ਼ਾਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਂਦੀ ਪ੍ਰਭੂ ਜੀ। ਅੱਜ ਦੀ ਸ਼ਾਮ ਦੇ ਵਿੱਚ ਤੁਸੀਂ ਸਾਨੂੰ ਬਰਕਤ ਅਤੇ ਆਸ਼ੀਸ਼ ਨਾਲ ਭਰਿਆ ਆਪਣੇ ਵਚਨਾਂ ਦੇ ਵਿੱਚ ਬੈਠਣ ਦੀ, ਹਜ਼ੂਰੀ ਦੇ ਵਿੱਚ ਝੁਕਣ ਦੀ ਪਰਮਿਸ਼ਨ ਸਾਨੂੰ ਦਿੱਤੀ, ਸਾਨੂੰ ਇਸ ਯੋਗ ਸਮਝਿਆ ਕਿ ਅਸੀਂ ਤੁਹਾਡੇ ਇਸ ਪਵਿੱਤਰ ਕਲਾਮ ਨੂੰ ਸੁਣ ਸਕੀਏ ਪਿਤਾ ਪਰਮੇਸ਼ਰ। ਜਿੰਨਾ ਵੀ ਭੈਣਾਂ ਭਾਈਆਂ ਨੇ ਅੱਜ ਦੇ ਇਸ ਪਵਿੱਤਰ ਵਚਨ ਨੂੰ ਸੁਣਿਆ ਖੁਦਾਵੰਦ, ਅੱਜ ਦਾ ਇਹ ਕਲਾਮ ਇਹਨਾਂ ਦੇ ਦਿਲ ਦੀਆਂ ਤਖਤੀਆਂ ਦੇ ਉੱਤੇ ਲਿਖਿਆ ਜਾਵੇ ਪਿਤਾ ਜੀ। ਅਗਰ ਇਹਨਾਂ ਤੋਂ ਕੋਈ ਗਲਤੀ, ਗੁਨਾਹ, ਪਾਪ ਜਾਂ ਅਪਰਾਧ ਹੋਇਆ ਪਿਤਾ, ਇਹ ਸੱਚੀ ਤੌਬਾ ਤੇ ਸਦਾ ਦੀ ਤੌਬਾ ਕਰਨ ਅਤੇ ਸਦਾ ਲਈ ਉਹਨਾਂ ਰਾਹਾਂ ਤੋਂ ਮੁੜ ਆਉਣ ਪਿਤਾ ਪਰਮੇਸ਼ਰ, ਕਿਉਂਕਿ ਪਵਿੱਤਰ ਧਰਮੀ ਪਰਮੇਸ਼ਰ ਜਿਹੜਾ ਜੀਵਨ ਦੇਣ ਵਾਲਾ ਆ, ਉਹ ਸਾਡੇ ਲਈ ਸਵਰਗ ਵਿੱਚ ਬੈਠਾ
ਪਿਤਾ ਪਰਮੇਸ਼ਰ ਅੱਗੇ ਸਿਫਾਰਿਸ਼ ਕਰਦਾ ਆ। ਐ ਖੁਦਾਵੰਦ ਤੁਸੀਂ ਸਾਡੀ ਆਵਾਜ਼ ਨੂੰ ਸੁਣੋ ਅਤੇ ਸਾਨੂੰ ਮਾਫ ਕਰੋ ਪਿਤਾ ਪਰਮੇਸ਼ਰ, ਸਾਨੂੰ ਬਖਸ਼ ਦਿਓ ਪ੍ਰਭੂ ਜੀ, ਸਾਨੂੰ ਮਾਫ ਕਰੋ ਪਿਤਾ ਜੀ, ਸਾਨੂੰ ਸੱਚਮੁੱਚ ਆਪਣੇ ਖੰਭਾਂ ਦੇ ਹੇਠਾਂ ਛੁਪਾ ਲਓ ਪਿਤਾ, ਸਾਨੂੰ ਇਸ ਪਾਪੀ ਸੰਸਾਰ ਤੋਂ ਅਲੱਗ ਕਰ ਦਿਓ ਪਿਤਾ ਪਰਮੇਸ਼ਰ, ਸਾਨੂੰ ਹਰ ਇੱਕ ਬਦੀ ਦੇ ਬੰਧਨਾਂ ਤੋਂ ਆਜ਼ਾਦ ਕਰੋ ਪ੍ਰਭੂ ਜੀ, ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਹੱਥਾਂ ਤੋਂ ਕੋਈ ਪਾਪ ਨਾ ਹੋਵੇ, ਸਾਡੀ ਜ਼ਿੰਦਗੀ ਤੋਂ ਕੋਈ ਪਾਪ ਨਾ ਹੋਵੇ ਪਿਤਾ ਪਰਮੇਸ਼ਰ, ਪਰ ਅਸੀਂ ਧਾਰਮਿਕਤਾ ਦੀ ਚਾਲ ਚੱਲਦੇ ਹੋਏ ਤੁਹਾਡੇ ਕੰਮਾਂ ਨੂੰ ਕਰੀਏ ਪਿਤਾ, ਅਸੀਂ ਸੱਚਮੁੱਚ ਉਸ ਜਿਉਂਦੇ ਪਰਮੇਸ਼ਰ ਨੂੰ ਪੁਕਾਰੀਏ ਤੇ ਉਹ ਸਾਨੂੰ ਉੱਤਰ ਦੇਵੇ ਪ੍ਰਭੂ ਜੀ, ਸਾਡੇ ਮਨ ਦੇ ਵਿੱਚ ਸਵਰਗੀ ਚੀਜ਼ਾਂ ਦਾ ਲਾਲਚ ਹੋਵੇ ਤੇ ਅਸੀਂ ਸਵਰਗ ਦੇ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰੀਏ, ਅਸੀਂ ਸੰਸਾਰਿਕ ਪਾਪਾਂ ਅਪਰਾਧਾਂ ਤੋਂ ਤੌਬਾ ਕਰੀਏ ਤੇ ਸਦਾ ਤੱਕ ਉਹਨਾਂ ਪਾਪਾਂ ਅਪਰਾਧਾਂ ਤੋਂ ਬਚੇ ਰਹੀਏ ਪਿਤਾ ਪਰਮੇਸ਼ਰ, ਕੋਈ ਵਿਰੋਧੀ ਦੀ ਸ਼ਕਤੀ ਸਾਡੇ ਮਨਾਂ ਨੂੰ ਭਟਕਾ ਨਾ ਸਕੇ ਪਿਤਾ, ਕੋਈ ਵਿਰੋਧੀ ਦੀ ਸ਼ਕਤੀ ਅਰ ਕਿਸੇ ਵੈਰੀ ਦਾ ਖਿਆਲ ਸਾਡੇ ਮਨਾਂ ਦੇ ਵਿੱਚ ਵਿਰੋਧਤਾ ਨੂੰ ਨਾ ਪਾ ਸਕੇ ਪ੍ਰਭੂ ਜੀ, ਅਸੀਂ ਸਦਾ ਦੀ ਜ਼ਿੰਦਗੀ ਨੂੰ ਸਦਾ ਤੱਕ ਮਹਿਸੂਸ ਕਰੀਏ ਪਿਤਾ ਪਰਮੇਸ਼ਰ ਔਰ ਸਦਾ ਤੱਕ ਤੁਹਾਡੇ ਨਾਮ ਦੇ ਵਿੱਚ ਬਣੇ ਰਹੀਏ, ਸਾਡੀ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਤੁਹਾਡਾ ਕਬਜ਼ਾ ਵਾਸ ਕੰਟਰੋਲ ਹੋਵੇ ਪਿਤਾ ਔਰ ਤੁਹਾਡੀ ਹੀ ਪਵਿੱਤਰ ਮਰਜ਼ੀ ਪੂਰੀ ਕੀਤੀ ਜਾਵੇ, ਅਸੀਂ ਮਖੌਲੀਆਂ ਦੀ ਮੰਡਲੀ 'ਚ ਨਾ ਬੈਠੇ ਤੇ ਨਾ ਹੀ ਦੁਸ਼ਟਾਂ ਦੀ ਮੱਤ ਤੇ ਚੱਲੀਏ ਪਿਤਾ, ਪਰ ਤੁਹਾਡੀ ਸਮਝ ਬੁੱਧ ਅਤੇ ਗਿਆਨ ਨੂੰ ਪ੍ਰਾਪਤ ਕਰੀਏ, ਤੁਹਾਡੇ ਰਾਹ ਤੇ ਚੱਲੀਏ ਤੇ ਤੁਹਾਡੇ ਕੰਮਾਂ ਨੂੰ ਕਰੀਏ ਖੁਦਾਬੰਦ। ਅੱਜ ਜਿੰਨੇ ਵੀ ਭੈਣ ਭਾਈ ਇਸ ਵਚਨਾਂ ਨੂੰ ਸੁਣ ਰਹੇ ਨੇ, ਹਰ ਇੱਕ ਦੇ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਆ ਪਿਤਾ, ਬਖਸ਼ ਲਓ ਪ੍ਰਭੂ ਜੀ, ਮਾਫ ਕਰਨਾ ਪਿਤਾ ਪਰਮੇਸ਼ਰ, ਪਵਿੱਤਰਤਾਈ ਦੇ ਜੀਵਨ ਨੂੰ, ਧਾਰਮਿਕਤਾ ਨੂੰ, ਵਚਨਾਂ ਦੀ ਬੁੱਧ ਸਮਝ ਗਿਆਨ ਨੂੰ ਸਵਰਗ ਰਾਜ ਦੇ ਵਿੱਚੋਂ ਰਿਲੀਜ਼ ਕਰ ਦਿਓ ਪਿਤਾ ਪਰਮੇਸ਼ਰ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ ਆਮੀਨ ਆਮੀਨ।